ਅੱਜ ਆਪਾਂ ਗੱਲ ਕਰਦੇ ਹਾਂ ਪ੍ਰੋਫੈਸ਼ਨਲ ਕੁਆਲੀਫਿਕੇਸ਼ਨ ਆਫ ਦਾ ਫਿਜ਼ੀਕਲ ਐਜੂਕੇਸ਼ਨ ਕਿ ਇੱਕ ਟੀਚਰ ਕੋਲੇ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ ਫਿਜ਼ੀਕਲ ਐਜੂਕੇਸ਼ਨ ਦੇ ਖੇਤਰ ਵਿੱਚ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪ੍ਰੋਫੈਸ਼ਨਲ ਦੀ ਕਿ ਪ੍ਰੋਫੈਸ਼ਨ ਹੁੰਦਾ ਆਉਣ ਵਾਲੇ ਸਮੇਂ ਵਿੱਚ ਧਨ ਕਮਾਉਣ ਲਈ, ਮਾਨਵ ਜਾਤੀ ਦੀ ਸੇਵਾ ਕਰਨ ਲਈ ਜਿਹੜਾ ਕਿੱਤਾ ਅਸੀਂ ਖਾਸ ਸਿਖਲਾਈ ਜਾਂ ਖਾਸ ਵਿਧੀ ਜਾਂ ਖਾਸ ਤਕਨੀਕ ਨਾਲ ਸਿੱਖਦੇ ਹੋ ਉਹ ਹੁੰਦਾ ਪ੍ਰੋਫੈਸ਼ਨਲ, ਜਿਸ ਨਾਲ ਅਸੀਂ ਆਪਦਾ ਬਾਜ਼ਾਰੀ ਮੁੱਲ ਵਧਾ ਸਕਦੇ ਹਾਂ, ਇੱਕ ਸਦਰ ਤੋਂ ਦੂਸਰੇ ਸਦਰ ਤੱਕ ਆਪਦੇ ਗਿਆਨ ਵਿੱਚ ਵਾਧਾ ਕਰ ਸਕਦੇ ਹਾਂ, ਆਪਦੇ ਆਉਣ ਵਾਲੇ ਜੀਵਨ ਦਾ ਸਰਵਪੱਖੀ ਵਿਕਾਸ ਕਰ ਸਕਦੇ ਹਾਂ ਪ੍ਰੋਫੈਸ਼ਨਲ ਕਰਕੇ। ਕਿਹੜਾ ਕੰਮ ਅਸੀਂ ਕੋਈ ਖਾਸ ਸਿਖਲਾਈ, ਖਾਸ ਵਿਧੀ ਜਾਂ ਖਾਸ ਤਕਨੀਕ ਨਾਲ ਸਿੱਖਾਂਗੇ ਉਹ ਕੰਮ ਵਧੀਆ ਮੰਨਿਆ ਜਾਂਦਾ ਅਤੇ ਉਹ ਹੁੰਦਾ ਪ੍ਰੋਫੈਸ਼ਨਲ। ਖਾਸ ਵਿਧੀ, ਖਾਸ ਤਕਨੀਕ, ਖਾਸ ਸਿਖਲਾਈ, ਖਾਸ ਵਿਧੀ ਤਕਨੀਕ ਨਾਲ ਜਿਹੜਾ ਕੰਮ ਸਿੱਖਾਂਗੇ ਉਹ ਸਿੱਖਣ ਵਾਸਤੇ ਸਾਡੇ ਕੋਲ ਅਕੈਡਮਿਕ, ਵੋਕੇਸ਼ਨਲ, ਪਰਸਨੈਲਿਟੀਆਂ ਇਹ ਚੀਜ਼ਾਂ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਤਾਂ ਹੀ ਸਾਨੂੰ ਉਹ ਚੀਜ਼ਾਂ ਆਪਦੇ ਕਿੱਤੇ ਵਿੱਚ ਅਸੀਂ ਕਾਮਯਾਬ ਹੋ ਸਕਦੇ ਹਾਂ। ਜਿਹੜਾ ਸਾਡਾ ਇੱਕ ਕਿੱਤਾ ਹੈ, ਜੇ ਉਹ ਕਿੱਤੇ ਨੂੰ ਅਸੀਂ ਵਧੀਆ ਤਰੀਕੇ ਨਾਲ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਉਸ ਦੀ ਕਿੱਤੇ ਬਾਰੇ ਪੂਰੀ ਜਾਣਕਾਰੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸ ਕਰਕੇ ਸਾਡੇ ਕੋਲ ਸਭ ਤੋਂ ਪਹਿਲਾਂ ਮੈਂ ਲਿਖਿਆ ਪੁਆਇੰਟ ਅਕੈਡਮਿਕ ਕੁਆਲੀਫਿਕੇਸ਼ਨ। ਇੱਕ ਚੰਗਾ ਟੀਚਰ ਬਣਨ ਵਾਸਤੇ ਉਹਦੇ ਕੋਲ ਸਿੱਖਿਆ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਸਿੱਖਿਆ ਇੱਕ ਵਿਅਕਤੀ ਹੀ ਸਾਨੂੰ ਪ੍ਰੋਫੈਸ਼ਨਲ ਬਾਰੇ ਜਾਣਕਾਰੀ ਦੇ ਸਕਦਾ ਹੈ। ਉਸ ਕੋਲ ਜੇ ਤਾਂ ਪ੍ਰੋਫੈਸ਼ਨਲ ਬਾਰੇ ਸਾਡਾ ਫਿਜ਼ੀਕਲ ਐਜੂਕੇਸ਼ਨ ਦਾ ਸੰਬੰਧ ਹੈ ਤਾਂ ਪ੍ਰੋਫੈਸ਼ਨ ਦਾ ਉਸ ਕੋਲ DPEd, MPEd, BPEd, MPhil, PhD ਵਰਗੀਆਂ ਡਿਗਰੀਆਂ ਹੋਣੀਆਂ ਚਾਹੀਦੀਆਂ ਤਾਂ ਕਿ ਉਹ ਸਾਡੇ ਸਿੱਖਿਆ ਵਿੱਚ ਸਾਡਾ ਸੁਧਾਰ ਕਰ ਸਕਦਾ ਹੈ। ਉਸ ਤੋਂ ਬਾਅਦ ਹੁੰਦਾ ਦੂਸਰਾ ਪੁਆਇੰਟ ਵੋਕੇਸ਼ਨਲ। ਵੋਕੇਸ਼ਨਲ ਹੁੰਦੀ ਹੈ ਕਿ ਉਸ ਟੀਚਰ ਕੋਲ ਉਸ ਸਬਜੈਕਟ ਬਾਰੇ ਕੀ ਹੋਣੀ ਚਾਹੀਦੀ ਹੈ, ਨੌਲੇਜ ਹੋਣੀ ਚਾਹੀਦੀ ਹੈ। ਉਸ ਟੀਚਰ ਨੂੰ ਉਸ ਸਬਜੈਕਟ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ, ਉਸ ਵਿਸ਼ੇ ਬਾਰੇ ਉਸਨੂੰ ਪੂਰਾ ਗਿਆਨ ਹੋਣਾ ਚਾਹੀਦਾ ਤਾਂ ਕਿ ਉਹ ਸਾਡੇ ਹਰ ਪੱਖ ਤੋਂ ਸਾਡੀ ਮਦਦ ਕਰ ਸਕੇ। ਸਾਡੀਆਂ ਜਿਹੜੀਆਂ ਕਮੀਆਂ ਨੇ, ਸਾਡੀਆਂ ਗਲਤੀਆਂ ਨੇ ਇਹਨਾਂ ਨੂੰ ਸੁਧਾਰੇ, ਕਿਉਂਕਿ ਜੇਕਰ ਉਸ ਕੋਲ ਸਬਜੈਕਟ ਦੀ ਜਾਣਕਾਰੀ ਹੋਊਗੀ ਤਾਂ ਸਾਡੀਆਂ ਕਮੀਆਂ, ਸਾਡੀਆਂ ਗਲਤੀਆਂ ਨੂੰ ਕੀ ਕਰੂਗਾ, ਨੋਟ ਕਰਕੇ ਸਾਡੇ ਵਿੱਚ ਕੀ ਕਰਦਾ, ਸੁਧਾਰ ਕਰੂਗਾ। ਸਾਡੀਆਂ ਗਲਤੀਆਂ ਕਮੀਆਂ ਨੂੰ ਸਹੀ ਕਰਕੇ ਸਾਡਾ ਕਿੱਤੇ ਵੱਲ ਕੀ ਕਰ ਦੂਗਾ, ਵਧੀਆ ਯੋਗਦਾਨ ਪਾ ਸਕਦਾ। ਉਸ ਕੋਲ ਵੋਕੇਸ਼ਨਲ ਉਸ ਸਬਜੈਕਟ ਦੀ ਜਾਣਕਾਰੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਤੀਜੀ ਗੱਲ ਹੈਗੀ ਹੈ ਮੈਂ ਪਰਸਨਲ ਕੁਆਲੀਫਿਕੇਸ਼ਨ। ਉਸ ਟੀਚਰ ਕੋਲ ਉਸ ਸਬਜੈਕਟ ਦੀ ਜਾਣਕਾਰੀ ਵੀ ਹੋਣੀ ਚਾਹੀਦੀ ਹੈ, ਪਰ ਉਸ ਕੋਲ ਕੁਛ ਪਰਸਨਲ ਗਿਆਨ ਵੀ ਹੋਣਾ ਚਾਹੀਦਾ ਹੈ, ਕਿਉਂਕਿ ਉਸਨੂੰ ਆਲੇ ਦੁਆਲੇ ਜੋ ਵਾਪਰ ਰਿਹਾ, ਕਿਸ ਤਰ੍ਹਾਂ ਦਾ ਪ੍ਰੋਫੈਸ਼ਨ ਚੱਲ ਰਿਹਾ ਹੈ, ਇਹ ਉਸਨੂੰ ਟੀਚਰ ਨੂੰ ਪਤਾ ਹੋਣਾ ਚਾਹੀਦਾ। ਕਿ ਪਰਸਨਲ ਹੁੰਦੀ ਹੈ ਜੋ ਹੋਰ ਸਬਜੈਕਟਾਂ ਬਾਰੇ ਵੀ ਉਸ ਕੋਲ ਨੌਲੇਜ ਹੋਣੀ ਚਾਹੀਦੀ ਹੈ, ਕਿ ਨੌਲੇਜ ਆਫ ਬੁੱਕ ਕਿਹੜੀ ਹੁੰਦੀ ਹੈ ਉਹਦੇ ਬਾਰੇ ਨੌਲੇਜ ਹੋਵੇ, ਕਿ ਕਿਹੜੇ ਸਮੇਂ ਅਨੁਸਾਰ ਕਿਹੜੀ ਤਕਨੀਕ, ਕਿਹੜੀ ਵਿਧੀ ਅਪਣਾ ਸਕਦੇ ਹਾਂ, ਕਿਹੜੇ ਬੱਚਿਆਂ ਦੇ ਜੀਵਨ ਵਿੱਚ ਅਸੀਂ ਸੁਧਾਰ ਕਰ ਸਕਦੇ ਹਾਂ। ਕਿਉਂਕਿ ਪ੍ਰੋਫੈਸ਼ਨ ਵਿੱਚ ਨਵੇਂ ਰੂਲ, ਨਵੇਂ ਨਿਯਮ, ਨਵੀਂ ਤਕਨੀਕਾਂ ਅਪਣਾ ਕੇ ਅਸੀਂ ਬੱਚਿਆਂ ਦਾ ਕੀ ਕਰ ਸਕਦੇ ਹਾਂ, ਗਿਆਨ ਵਿੱਚ ਵਾਧਾ ਕਰ ਸਕਦੇ ਹਾਂ। ਜੇਕਰ ਉਸ ਟੀਚਰ ਕੋਲ ਪਰਸਨਲ ਕੁਆਲੀਫਿਕੇਸ਼ਨ ਹੋਊਗੀ, ਪਰਸਨਲ ਨੌਲੇਜ ਹੋਊ ਤਾਂ ਉਹ ਤਾਂ ਹੀ ਨਵੀਂ ਤੋਂ ਨਵੀਂ ਤਕਨੀਕ, ਨਵੀਂ ਤੋਂ ਨਵੀਂ ਵਿਧੀ ਦੀ ਵਰਤੋਂ ਕਰਕੇ ਬੱਚਿਆਂ ਦੇ ਗਿਆਨ ਵਿੱਚ ਕੀ ਕਰ ਸਕਦਾ, ਵਾਧਾ ਕਰ ਸਕਦਾ ਹੈ। ਚੌਥਾ ਪੁਆਇੰਟ ਮੈਂ ਲਿਖਿਆ ਗੁੱਡ ਪਰਸਨੈਲਿਟੀ। ਗੁੱਡ ਪਰਸਨੈਲਿਟੀ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸ਼ਖਸੀਅਤ, ਉਸ ਵਿਅਕਤੀ ਦੀ ਸ਼ਖਸੀਅਤ, ਉਹਦੇ ਇੱਕ ਚੰਗੇ ਟੀਚਰ ਦੇ ਵਿੱਚ ਇਹ ਗੁਣ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ, ਕਿਉਂਕਿ ਉਹਦਾ ਰਹਿਣ ਸਹਿਣ, ਉਹਦਾ ਖਾਣ ਪੀਣ, ਉਹਦਾ ਪਹਿਰਾਵਾ, ਉਹਦਾ ਬੋਲ ਚਾਲ, ਉਹਦਾ ਉੱਠਣ ਬੈਠਣ, ਇਹ ਚੀਜ਼ਾਂ ਕੀ ਹੁੰਦੀਆਂ, ਨੋਟ ਹੁੰਦੀਆਂ। ਇੱਕ ਚੰਗੇ ਟੀਚਰ ਵਿੱਚ ਇਹ ਪਰਸਨੈਲਿਟੀ, ਸ਼ਖਸੀਅਤ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਪਰਸਨੈਲਿਟੀ ਅੱਗੇ ਅਸੀਂ ਦੋ ਤਰ੍ਹਾਂ ਦੀ ਹੁੰਦੀ ਹੈ, ਇੰਟਰਨਲ ਅਤੇ ਐਕਸਟਰਨਲ। ਇੰਟਰਨਲ ਹੁੰਦੀ ਹੈ ਅੰਦਰੂਨੀ, ਬੋਲ ਚਾਲ, ਮਿਠਾਸ, ਕਿ ਉਹ ਕਿਸ ਤਰ੍ਹਾਂ ਦਾ ਦੂਜੇ ਨਾਲ ਟੀਚਰਾਂ ਨਾਲ ਵਰਤਾਓ ਕਰਦਾ, ਕਿਸ ਤਰ੍ਹਾਂ ਦੀ ਬੋਲ ਚਾਲ ਹੈ, ਉਹਦੀ ਮਿਠਾਸ ਕਿੱਦਾਂ ਦੀ ਹੈ, ਉਹ ਕਿੱਦਾਂ ਆਂਢ ਗੁਆਂਢ ਵਿੱਚ ਰਹਿੰਦਾ, ਇਹ ਚੀਜ਼ਾਂ ਹੁੰਦੀਆਂ। ਇੰਟਰਨਲ ਉਹਦੀ ਚੀਜ਼ 'ਤੇ ਕੀ ਪਾਉਂਦਾ ਹੈ, ਪ੍ਰਭਾਵ ਪੈਂਦੀ ਹੈ ਪਰਸਨੈਲਿਟੀ 'ਤੇ। ਐਕਸਟਰਨਲ ਹੁੰਦਾ ਕਿ ਉਹ ਬਾਹਰੀ ਤੌਰ 'ਤੇ ਕਿਸ ਤਰ੍ਹਾਂ ਦਾ ਹੈ, ਉਹ ਕਿਸ ਤਰ੍ਹਾਂ ਦੇ ਪਹਿਰਾਵਾ ਪਾਉਂਦਾ, ਕਿਸ ਤਰ੍ਹਾਂ ਦੇ ਕੱਪੜੇ ਆ, ਕਿਸ ਤਰ੍ਹਾਂ ਦੇ ਉਹ ਸਮਾਜ ਵਿੱਚ ਰਹਿੰਦਾ ਹੈ, ਦੋਸਤ ਮਿੱਤਰ ਕਿਸ ਤਰ੍ਹਾਂ ਦੇ ਉਹ ਆਂਢ ਗੁਆਂਢ ਸਮਾਜ ਵਿੱਚ ਰਹਿੰਦਾ ਹੈ, ਉਹਦੀ ਬੋਲ ਚਾਲ, ਉਹਦੀ ਸ਼ਖਸੀਅਤ ਕੀ ਚੀਜ਼ਾਂ, ਪਰਸਨੈਲਿਟੀ ਇਹ ਚੀਜ਼ਾਂ ਕੀ ਪਾਉਂਦੀਆਂ, ਇਫੈਕਟ ਪਾਉਂਦੀਆਂ ਉਹਦੇ ਸਿੱਖਿਅਕ ਹੋਣ 'ਤੇ, ਕਿ ਉਹਦੇ ਸਮੇਂ ਦੇ ਅਨੁਸਾਰ, ਸਮੇਂ ਦੇ ਅਨੁਕੂਲ, ਆਪਦੀ ਉਮਰ ਦੇ ਐਨਵਾਇਰਮੈਂਟ ਦੇ ਹਿਸਾਬ ਨਾਲ ਕੀ ਉਹ ਕਿਸ ਤਰ੍ਹਾਂ ਦੇ ਕੱਪੜੇ, ਉਹਦੇ ਲੀੜੇ, ਇਹ ਚੀਜ਼ਾਂ ਕੀ ਹੁੰਦੀਆਂ, ਨੋਟ ਹੁੰਦੀਆਂ, ਕਿ ਬੱਚਿਆਂ ਨਾਲ ਕਿਸ ਤਰ੍ਹਾਂ ਦਾ ਵਰਤਾਓ ਕਰਦਾ ਹੈ। ਇਹ ਚੀਜ਼ਾਂ ਇੱਕ ਚੰਗੇ ਟੀਚਰ ਦੀ ਪਰਸਨੈਲਿਟੀ ਉੱਪਰ ਕੀ ਪਾਉਂਦੀਆਂ, ਪ੍ਰਭਾਵ ਪਾਉਂਦੀਆਂ। ਇਸ ਲਈ ਉਸ ਕੋਲ ਚੰਗੀ ਪਰਸਨੈਲਿਟੀ, ਚੰਗੀ ਸ਼ਖਸੀਅਤ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਪੰਜਵਾਂ ਪੁਆਇੰਟ ਲਿਖਿਆ ਹੋਨੈਸਟ, ਇਮਾਨਦਾਰ। ਇੱਕ ਚੰਗਾ ਸਿੱਖਿਅਕ ਨੂੰ ਇਮਾਨਦਾਰ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਇਮਾਨਦਾਰ ਹੋਊਗਾ ਤਾਂ ਉਹ ਆਪਦੇ ਕਿੱਤੇ ਸੰਬੰਧੀ ਉਸਨੂੰ ਸਹੀ ਤਰੀਕੇ ਨਾਲ ਕਰਵਾਊਗਾ। ਜੇ ਉਹ ਬੇਈਮਾਨ ਹੋਇਆ ਜਾਂ ਗਲਤ ਕੰਮ ਕਰਦਾ ਹੋਇਆ ਤਾਂ ਸਾਨੂੰ ਸਹੀ ਕਿੱਤੇ ਬਾਰੇ ਸਾਨੂੰ ਨਹੀਂ ਦੱਸ ਸਕਦਾ। ਜੇਕਰ ਉਹ ਇਮਾਨਦਾਰ ਹੋਊਗਾ, ਬੱਚਿਆਂ ਪ੍ਰਤੀ ਇਮਾਨਦਾਰ ਹੋਊਗਾ, ਤਾਂ ਉਸਨੂੰ ਪਤਾ ਕਿ ਕਿਹੜੇ ਬੱਚੇ ਦੀਆਂ ਕਿਹੜੀਆਂ ਕਮੀਆਂ ਨੇ, ਕਿਹੜੀਆਂ ਗਲਤੀਆਂ ਨੇ,
ਉਹਨਾਂ ਨੂੰ ਨੋਟ ਕਰਕੇ ਉਹਨਾਂ ਦੀ ਕਮੀਆਂ ਗਲਤੀਆਂ ਨੂੰ ਕੀ ਕਰਦਾ, ਦੂਰ ਕਰਦਾ ਹੈ। ਇਸ ਕਰਕੇ ਇੱਕ ਚੰਗਾ ਸਿੱਖਕ ਨੂੰ ਇਮਾਨਦਾਰ ਹੋਣਾ ਬਹੁਤ ਜਿਹੜਾ ਜ਼ਰੂਰੀ ਹੈ, ਕਿਉਂਕਿ ਸਕੂਲਾਂ ਕਾਲਜਾਂ ਵਿੱਚ ਲੈਣ ਦੇਣ ਦਾ ਕੰਮ ਹੁੰਦਾ, ਪੈਸੇ ਦਾ ਹਿਸਾਬ ਕਿਤਾਬ ਰੱਖਣ ਦਾ ਇਹ ਕੰਮ ਵੀ ਇੱਕ ਟੀਚਰ ਦੇ ਕੋਲ ਵੀ ਹੁੰਦਾ ਹੈ। ਇਸ ਕਰਕੇ ਉਸ ਨੂੰ ਆਪਦੇ ਕਿੱਤੇ ਸੰਬੰਧੀ ਕੀ ਹੋਣਾ ਚਾਹੀਦਾ, ਇਮਾਨਦਾਰ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। 6ਵਾਂ ਪੁਆਇੰਟ ਲਿਖਿਆ ਪੁੱਤ ਮੈਂ, ਫਿਜ਼ੀਕਲ ਐਂਡ ਮੈਂਟਲ ਫਿਟਨੈਸ। ਇੱਕ ਚੰਗਾ ਸਿੱਖਕ ਨੂੰ ਸਰੀਰਕ ਤੌਰ 'ਤੇ ਫਿੱਟ ਅਤੇ ਮਾਨਸਿਕ ਤੌਰ 'ਤੇ ਕੀ ਹੈ, ਫਿਟਨੈਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇ ਅਸੀਂ ਸਰੀਰਕ ਤੌਰ 'ਤੇ ਮਜ਼ਬੂਤ ਹੋਊਗਾ ਕਿ ਸਾਨੂੰ ਸਹੀ ਤਰ੍ਹਾਂ ਦੀ ਗਾਈਡ ਦੇ ਸਕਦਾ, ਸਹੀ ਤਰੀਕੇ ਨਾਲ ਸਾਨੂੰ ਸਿੱਖਿਆ ਦੇ ਸਕਦਾ ਹੈ, ਸਰੀਰਕ ਤੌਰ 'ਤੇ ਵੀ ਅਤੇ ਮਾਨਸਿਕ ਤੌਰ 'ਤੇ ਵੀ। ਜੋ ਦਿਮਾਗ ਵਿੱਚ ਚੱਲ ਰਿਹਾ, ਜੋ ਸੋਚਦਾ ਹੈ, ਜੇ ਉਹ ਚੰਗੀ ਸੋਚ ਸੋਚੂਗਾ, ਚੰਗੀ ਨੌਲੇਜ ਹੋਊਗੀ ਤਾਂ ਸਾਡਾ ਉਹ ਸਹੀ ਤਰ੍ਹਾਂ ਮਾਨਸਿਕ ਵਿਕਾਸ ਕਰ ਸਕਦਾ ਹੈ। ਜੇ ਉਹ ਸਰੀਰ ਤੌਰ 'ਤੇ ਕਮਜ਼ੋਰ ਹੋਊ ਜਾਂ ਸ਼ਕਤੀ ਵਧੀਆ ਨਾ ਹੋਊਗਾ ਤਾਂ ਸਾਨੂੰ ਸਹੀ ਕਿੱਤੇ ਨਾਲ ਸਾਡੇ ਸੰਬੰਧੀ ਸਾਨੂੰ ਨੌਲੇਜ ਨਹੀਂ ਦੇ ਸਕਦਾ, ਕਿਉਂਕਿ ਇੱਕ ਵਧੀਆ ਸਿਹਤਮੰਦ ਹੀ ਵਿਅਕਤੀ ਕਾਮਯਾਬ ਸਮਾਜ ਨੂੰ ਸਿਰਜਣਾ ਕਰ ਸਕਦਾ ਹੈ। ਇਸ ਕਰਕੇ ਇੱਕ ਟੀਚਰ ਨੂੰ ਸਰੀਰਕ ਤੌਰ 'ਤੇ ਅਤੇ ਮਾਨਸਿਕ ਤੌਰ 'ਤੇ ਕੀ ਹੋਣਾ ਚਾਹੀਦਾ, ਮਜ਼ਬੂਤ ਹੋਣਾ ਚਾਹੀਦਾ, ਸ਼ਕਤੀਸ਼ਾਲੀ ਹੋਣਾ ਚਾਹੀਦਾ ਹੈ। 7ਵਾਂ ਪੁਆਇੰਟ ਪੁੱਤ ਮੈਂ ਲਿਖਿਆ ਹੈ ਗੁੱਡ ਕਰੈਕਟਰ, ਚਿੱਤਰਨ। ਉਸ ਵਿਅਕਤੀ ਦਾ ਚਰਿੱਤਰ ਗੁੱਡ ਹੋਣਾ ਚਾਹੀਦਾ ਹੈ ਕਿ ਉਹ ਕਿਸ ਤਰ੍ਹਾਂ ਦੇ ਸਮਾਜ ਵਿੱਚ ਰਹਿੰਦਾ, ਉਹ ਕਿਸ ਤਰ੍ਹਾਂ ਦਾ ਵਰਤਾਓ ਕਰਦਾ, ਕਿਸ ਤਰ੍ਹਾਂ ਦੇ ਰਹਿਣੀ ਬਹਿਣੀ ਹੈ, ਉਹ ਆਂਢ ਗੁਆਂਢ ਆਪਦੇ ਯਾਰਾਂ ਮਿੱਤਰਾਂ ਦੋਸਤਾਂ ਪਰਿਵਾਰਾਂ ਵਿੱਚ ਕਿਸ ਤਰ੍ਹਾਂ ਦਾ ਉਹ ਰਹਿਣ ਸਹਿਣ ਹੈ, ਸਕੂਲ ਕਾਲਜ ਵਿੱਚ ਕਿਸ ਸਮੇਂ 'ਤੇ ਆਉਂਦਾ, ਕਿਸ ਤਰ੍ਹਾਂ ਰਹਿੰਦਾ ਹੈ। ਇਹ ਚੀਜ਼ਾਂ ਉਹਦੇ ਕੀ ਹੈ, ਚਿੱਤਰ 'ਤੇ ਪ੍ਰਭਾਵ ਪਾਉਂਦੀਆਂ ਕਿ ਉਹ ਚੰਗਾ ਮਿਠਾਸ ਬੋਲਦਾ, ਸਮੇਂ ਅਨੁਸਾਰ ਕਾਲਜ ਆਉਂਦਾ, ਸਕੂਲ ਆਉਂਦਾ। ਇਹ ਚੀਜ਼ਾਂ ਉਹਦੇ ਕੀ ਹੁੰਦੀਆਂ, ਨੋਟ ਹੁੰਦੀਆਂ ਕਿ ਉਹ ਵਿਦਿਆਰਥੀਆਂ ਨਾਲ ਕਿਸ ਤਰ੍ਹਾਂ ਦਾ ਵਰਤਾਓ ਕਰਦਾ ਹੈ। ਜੇ ਉਹ ਚੰਗਾ ਵਰਤਾਓ ਕਰੂਗਾ ਤਾਂ ਵਿਦਿਆਰਥੀ ਵੀ ਆਪਦੀ ਰੁਚੀ ਅਨੁਸਾਰ, ਇੰਟਰਸਟ ਅਨੁਸਾਰ ਆਪਦੇ ਪ੍ਰੋਫੈਸ਼ਨ ਨੂੰ ਕੀ ਕਰਨਗੇ, ਵਧੀਆ ਤਰੀਕੇ ਨਾਲ ਸਿੱਖਣਗੇ। ਇਸ ਕਰਕੇ ਉਹਦਾ ਚਿੱਤਰਨ ਸਾਫ਼ ਸੁਥਰਾ ਹੋਣਾ, ਵਿਅਕਤੀ ਦਾ ਚਿੱਤਰਨ ਹੋਣਾ ਚਾਹੀਦਾ ਕਿ ਉਹ ਆਪਦਾ ਕਰੈਕਟਰ ਉਹਦਾ ਸਾਫ਼ ਸੁਥਰਾ ਅਤੇ ਵਧੀਆ ਹੋਵੇ, ਤਾਂ ਹੀ ਉਹ ਇੱਕ ਚੰਗਾ ਸਿੱਖਕ ਦੇ ਵਿੱਚ ਇਹ ਗੁਣ ਵੀ ਹੋਣਾ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅਗਲਾ ਪੁਆਇੰਟ ਲਿਖਿਆ ਪੁੱਤ ਮੈਂ, ਪੋਲੀਟੀਕਲ ਫਰੀ। ਇੱਕ ਚੰਗਾ ਸਿੱਖਕ ਉਸ ਨੂੰ ਮੰਨਿਆ ਜਾਵਾਂਗੇ ਜਿਹਦੇ ਕੋਲ ਕੋਈ ਰਾਜਨੀਤਿਕ ਜਾਂ ਪੋਲੀਟੀਕਲ ਕੋਈ ਦਬਾਅ ਨਾ ਹੋਵੇ, ਕੋਈ ਟੈਨਸ਼ਨ ਨਾ ਹੋਵੇ, ਕਿਉਂਕਿ ਉਹ ਆਪਦੇ ਕਿੱਤੇ ਸੰਬੰਧੀ ਸਹੀ ਤਰੀਕੇ ਨਾਲ ਗਾਈਡ ਕਰੂਗਾ ਤਾਂ ਬੱਚੇ ਉਹਦੀ ਰੁਚੀ ਨਾਲ ਸਿੱਖਣਗੇ। ਜੇਕਰ ਉਸ 'ਤੇ ਰਾਜਨੀਤਿਕ ਦਬਾਅ ਹੋਇਆ ਜਾਂ ਪੋਲੀਟੀਕਲ ਦਬਾਅ ਮੰਨਦਾ ਹੋਇਆ ਤਾਂ ਉਹ ਆਪਦੇ ਕਿੱਤੇ ਸੰਬੰਧੀ ਸਹੀ ਤਰੀਕੇ ਨਾਲ ਬੱਚਿਆਂ ਨੂੰ ਗਾਈਡ ਨਹੀਂ ਕਰ ਸਕਦਾ। ਇਸ ਕਰਕੇ ਇੱਕ ਚੰਗੇ ਸਿੱਖਕ ਵਿੱਚ ਪੋਲੀਟੀਕਲ ਫਰੀ, ਉਸ ਕੋਲ ਕੋਈ ਦਬਾਅ, ਕੋਈ ਚਿੰਤਾ, ਕੋਈ ਡਰ ਦੀ ਕਿਸੇ ਤੋਂ ਲੋੜ ਨਹੀਂ ਹੁੰਦੀ। ਉਹ ਆਪਦੇ ਕਿੱਤੇ ਨੂੰ ਆਪਦੀ ਨੌਲੇਜ ਅਨੁਸਾਰ, ਆਪਦੇ ਗਿਆਨ ਦੇ ਅਨੁਸਾਰ ਵਿਦਿਆਰਥੀਆਂ ਵਿੱਚ ਸ਼ੇਅਰ ਕਰਨਾ ਚਾਹੀਦਾ ਹੈ, ਤਾਂ ਕਿ ਵਿਦਿਆਰਥੀ ਆਪਦੇ ਉਸ ਗਿਆਨ ਦੀ ਵਰਤੋਂ ਕਰਕੇ ਆਪਦੇ ਜੀਵਨ ਦਾ ਸਰਬਪੱਖੀ ਕੀ ਕਰ ਸਕਦੇ ਆ, ਵਿਕਾਸ ਕਰ ਸਕਦੇ ਆ। ਇੱਕ ਟੀਚਰ ਵਿੱਚ ਇਹ ਗੁਣ ਵੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। 9ਵਾਂ ਪੁਆਇੰਟ ਪੁੱਤ ਲਿਖਿਆ ਕਿ ਮੈਂ, ਗੁੱਡ ਲੀਡਰਸ਼ਿਪ, ਅਗਵਾਈ। ਇੱਕ ਚੰਗਾ ਸਿੱਖਕ ਟੀਚਰ ਹੀ ਸਾਡੀ ਚੰਗੀ ਅਗਵਾਈ ਕਰ ਸਕਦਾ। ਉਸ ਵਿੱਚ ਲੀਡਰਸ਼ਿਪ ਦਾ ਗੁਣ ਹੋਣਾ ਚਾਹੀਦਾ। ਉਸ ਤਾਂ ਹੀ ਬੱਚਿਆਂ ਨੂੰ ਕਿਉਂਕਿ ਕਲਾਸ ਵਿੱਚ ਹੈਂਡਲ ਕਰ ਸਕਦਾ ਜੇ ਚੰਗੀ ਅਗਵਾਈ, ਚੰਗਾ ਲੀਡਰਸ਼ਿਪ ਹੋਊਗਾ। ਉਹਦਾ ਬੋਲ ਚਾਲ, ਉਹਦਾ ਪੜ੍ਹਾਉਣ ਦਾ ਢੰਗ, ਉਹਦਾ ਰਹਿਣ ਸਹਿਣ ਉਹ ਬੱਚਿਆਂ ਨਾਲ ਸਹੀ ਤਰੀਕੇ ਨਾਲ ਹੋਣਾ ਚਾਹੀਦਾ। ਚੰਗਾ ਲੀਡਰਸ਼ਿਪ, ਚੰਗੀ ਅਗਵਾਈ ਜਿਹੜਾ ਵਿਅਕਤੀ ਕਰ ਸਕਦਾ ਉਹਨੂੰ ਚੰਗਾ ਟੀਚਰ ਹੀ ਮੰਨਾਂਗੇ, ਕਿਉਂਕਿ ਚੰਗੀ ਅਗਵਾਈ ਬੱਚਿਆਂ ਦੀ ਰਹਿਣ ਸਹਿਣੀ, ਉਹਨਾਂ ਨੂੰ ਕਿਸ ਤਰ੍ਹਾਂ ਕਿੱਤੇ ਸੰਬੰਧੀ ਸਮਝਾਉਣਾ ਹੈ, ਕਿਸ ਤਰ੍ਹਾਂ ਉਹਨਾਂ ਨੂੰ ਖਿਡਾਉਣਾ ਹੈ, ਇਹ ਚੀਜ਼ਾਂ ਉਸ ਵਿੱਚ ਟੀਚਰ ਵਿੱਚ ਗੁਣ ਹੋਣਾ ਜ਼ਰੂਰੀ ਹੈ ਕਿ ਬੱਚਿਆਂ ਵਿੱਚ ਕਿਹੜੀਆਂ ਕਮੀਆਂ ਨੇ, ਕਿਹੜੀਆਂ ਗਲਤੀਆਂ ਨੇ, ਇਹਨੂੰ ਸਹੀ ਸਮੇਂ ਅਨੁਸਾਰ ਉਹ ਨੋਟ ਕੀਤੀਆਂ ਜਾਣ। ਫਿਰ ਉਹ ਚੰਗਾ ਲੀਡਰ ਹੀ ਉਹ ਗਲਤੀਆਂ ਸਮੀਆਂ ਨੂੰ ਮੌਕੇ 'ਤੇ ਨੋਟ ਕਰਕੇ ਇਹਨਾਂ ਨੂੰ ਗਲਤੀਆਂ ਕਮੀਆਂ ਨੂੰ ਕੀ ਕਰਦਾ, ਸਮੱਸਿਆਵਾਂ ਨੂੰ ਦੂਰ ਕਰਦਾ ਹੈ, ਜਿਸ ਨਾਲ ਵਿਦਿਆਰਥੀ ਆਪਦੀ ਰੁਚੀ ਅਨੁਸਾਰ ਆਪਦੇ ਪ੍ਰੋਫੈਸ਼ਨ ਨੂੰ ਸਹੀ ਤਰੀਕੇ ਨਾਲ ਅੱਗੇ ਕਰਦੇ ਨੇ ਅਤੇ ਆਪਦਾ ਸਰਬਪੱਖੀ ਜੀਵਨ ਦਾ ਵਿਕਾਸ ਕਰਦੇ ਨੇ। 10ਵਾਂ ਪੁਆਇੰਟ ਲਿਖਿਆ ਪੁੱਤ ਮੈਂ, ਰੋਲ ਆਫ ਦਾ ਨੌਲੇਜ। ਉਸਨੂੰ ਨੌਲੇਜ ਹੋਣੀ ਚਾਹੀਦੀ ਹੈ ਹਰ ਖੇਤਰ ਬਾਰੇ, ਹਰ ਪੱਖ ਬਾਰੇ, ਕਿ ਉਹ ਇੱਕ ਚੰਗਾ ਟੀਚਰ ਅਸੀਂ ਉਸ ਨੂੰ ਮੰਨਾਂਗੇ ਜਿਸ ਨੂੰ ਹਰ ਪੱਖ ਬਾਰੇ ਨੌਲੇਜ ਹੈ। ਕਿਉਂਕਿ ਅੱਗੇ ਅਸੀਂ ਲਿਖਿਆ ਪੁੱਤ ਅਕੈਡਮਿਕ ਸਿੱਖਿਆ ਵੀ ਹੋਣਾ ਚਾਹੀਦਾ ਹੈ, ਸਬਜੈਕਟ ਬਾਰੇ ਵੀ ਨੌਲੇਜ ਹੋਣੀ ਚਾਹੀਦੀ ਹੈ, ਅਤੇ ਉਸਨੂੰ ਪਰਸਨਲ ਵੀ ਨੌਲੇਜ ਹੋਣੀ ਚਾਹੀਦੀ ਹੈ ਕਿ ਆਲੇ ਦੁਆਲੇ ਜੋ ਵਾਪਰ ਰਿਹਾ। ਨੋਟਬੁੱਕ ਪਰ ਸਾਡੀ ਕਿਉਂ ਫਿਜ਼ੀਕਲ ਸਟੂਡੈਂਟ ਹਾਂ, ਜਿੱਦਾਂ ਅਸੀਂ ਫਿਜ਼ੀਕਲ ਵਿੱਚ ਨੋਟਬੁੱਕ ਹੁੰਦੀ ਹੈ ਸਾਡੀ, ਕਿਹੜੇ ਰੂਲ, ਕਿਹੜੇ ਨਿਯਮ ਸਮੇਂ ਅਨੁਸਾਰ ਕੀ ਹੁੰਦਾ ਚੇਂਜ ਹੁੰਦੇ ਰਹਿੰਦੇ ਆ। ਜਦੋਂ ਰੂਲ ਚੇਂਜ ਹੋ ਜਾਂਦੇ ਆ ਤਾਂ ਉਸ ਟੀਚਰ ਨੂੰ ਇਸ ਚੀਜ਼ ਦਾ ਨੋਟ ਹੋਣਾ ਚਾਹੀਦਾ ਕਿ ਜਦੋਂ ਰੂਲ ਅਤੇ ਨਿਯਮ, ਕਿਹੜੀ ਤਕਨੀਕ, ਕਿਹੜੀ ਵਿਧੀ, ਰੂਲ ਅਸੀਂ ਬੱਚਿਆਂ ਦੇ ਲਾਗੂ ਕਰ ਸਕਦੇ ਹਾਂ, ਕਿਉਂਕਿ ਸਮੇਂ ਅਨੁਸਾਰ ਇਹ ਰੂਲ ਅਤੇ ਨਿਯਮ ਚੇਂਜ ਹੁੰਦੇ ਆ। ਇਹ ਟੀਚਰ ਵਿੱਚ ਇਹ ਗੁਣ ਹੋਣਾ ਚਾਹੀਦਾ ਕਿ ਉਸਨੂੰ ਨੌਲੇਜ ਹੋਣੀ ਚਾਹੀਦੀ ਹੈ ਕਿ ਸਮੇਂ ਅਨੁਸਾਰ ਅਸੀਂ ਕਿਹੜੀ ਤਕਨੀਕ ਦੀ ਵਰਤੋਂ ਕਰਨੀ ਹੈ, ਕਿਹੜੀ ਵਿਧੀ ਅਪਣਾਉਣੀ ਹੈ, ਜਿਸ ਨਾਲ ਬੱਚਿਆਂ ਨੂੰ ਆਪਦਾ ਪ੍ਰੋਫੈਸ਼ਨ ਸਹੀ ਤਰੀਕੇ ਨਾਲ ਸਿੱਖ ਸਕਦੇ ਆ। ਇਸ ਕਰਕੇ ਉਸ ਕੋਲ ਨੌਲੇਜ ਹੋਣੀ, ਚੰਗੇ ਟੀਚਰ ਅਸੀਂ ਉਸ ਨੂੰ ਮੰਨਾਂਗੇ ਜਿਸ ਨੂੰ ਹਰ ਪੱਖ ਦੀ, ਹਰ ਖੇਤਰ ਦੀ ਕੀ ਹੈ ਨੌਲੇਜ ਹੈ, ਉਸ ਨੂੰ ਹਰ ਖੇਤਰ ਦਾ ਗਿਆਨ ਹੈ, ਕਿਉਂਕਿ ਉਸ ਦੇ ਗਿਆਨ ਨੂੰ ਦੀ ਵਾਧਾ ਕਰਕੇ ਹੀ ਇਹ ਬੱਚੇ ਆਪਦੀ ਸਿੱਖਿਆ ਵਿੱਚ ਕੀ ਕਰਦੇ ਆ, ਸੁਧਾਰ ਕਰਦੇ ਆ। ਅਗਲਾ ਪੁੱਤ ਲਿਖਿਆ ਹੈ ਸਪੀਕਿੰਗ ਆਫ ਦਾ ਟਰੂਥ। ਇੱਕ ਚੰਗਾ ਟੀਚਰ ਉਸ ਨੂੰ ਮੰਨਾਂਗੇ ਜਿਹੜਾ ਸੱਚ ਬੋਲਦਾ, ਸੱਚਾਈ ਦਾ ਸਾਥ ਦਿੰਦਾ ਹੈ, ਇਮਾਨਦਾਰ,
ਕਿਉਂਕਿ ਹਮੇਸ਼ਾ ਸੱਚ ਬੋਲਣਾ, ਸੱਚਾਈ ਦਾ ਸਾਥ ਦੇਣਾ, ਇਹ ਚੀਜ਼ਾਂ ਉਹਦੇ ਇੱਕ ਚੰਗੀ ਸ਼ਖਸੀਅਤ ਉੱਪਰ ਕੀ ਪਾਉਂਦੀਆਂ, ਪ੍ਰਭਾਵ ਪਾਉਂਦੀਆਂ। ਇੱਕ ਚੰਗੇ ਟੀਚਰ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਉਸਨੂੰ ਹਮੇਸ਼ਾ ਸੱਚ ਦਾ ਸਾਥ ਦੇਣਾ ਚਾਹੀਦਾ, ਸੱਚ ਬੋਲਣਾ ਚਾਹੀਦਾ। ਜੇ ਉਹ ਸੱਚ ਦਾ ਸਾਥ ਦੂ, ਸੱਚ ਬੋਲੂਗਾ, ਤਾਂ ਬੱਚਿਆਂ ਵਿੱਚ ਵੀ ਇਹ ਉਹਦੀਆਂ ਗਲਤੀਆਂ ਜਾਂ ਕਮੀਆਂ ਨੂੰ ਕੀ ਕਰਦਾ, ਦੂਰ ਕਰਦਾ, ਕਿਉਂਕਿ ਉਹ ਸੱਚ ਦਾ ਸਾਥ ਦਿੰਦਾ। ਜੋ ਗਲਤੀ ਹੈ ਜਾਂ ਕਮੀ ਹੈ ਉਸਨੂੰ ਨੋਟ ਕਰਕੇ ਫਿਰ ਉਹ ਬੱਚਿਆਂ ਨੂੰ ਦੱਸਦਾ ਕਿ ਤੇਰੀ ਇਹ ਗਲਤੀ ਹੈ, ਤੇਰੀ ਕਮੀ ਹੈ, ਕਿਉਂਕਿ ਇਹ ਨੋਟ ਕਰਕੇ ਫਿਰ ਉਹ ਇੱਕ ਚੰਗਾ ਟੀਚਰ ਬਾਅਦ ਸਰੀਰਕ ਸਿੱਖਿਆ ਦੇ ਖੇਤਰ ਵਿੱਚ ਤਾਂ ਸੱਚ ਦਾ ਸਾਥ ਦੇਣ ਵਾਲੇ ਟੀਚਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ। ਇਹ ਨੇ ਪੁੱਤ ਪ੍ਰੋਫੈਸ਼ਨਲ ਕੁਆਲੀਫਿਕੇਸ਼ਨ ਆਫ ਦਾ ਫਿਜ਼ੀਕਲ ਐਜੂਕੇਟਰ। ਕੁਆਲੀਫਿਕੇਸ਼ਨ ਆਉਂਦਾ ਕੁਆਲਿਟੀ ਇੱਕ ਚੰਗੇ ਟੀਚਰ ਵਿੱਚ ਕਿਹੜੇ ਫਿਜ਼ੀਕਲ ਦੇ ਖੇਤਰ ਵਿੱਚ ਕਿਹੜੇ ਗੁਣ ਅਤੇ ਕਿਹੜੀ ਸਿੱਖਿਆਵਾਂ ਦਾ ਹੋਣਾ ਜ਼ਰੂਰੀ ਹੈ, ਤਾਂ ਹੀ ਉਹ ਬੱਚਿਆਂ ਦਾ ਸਰਵਪੱਖੀ ਵਿਕਾਸ ਕਰ ਸਕਦਾ ਹੈ, ਪ੍ਰੋਫੈਸ਼ਨ ਵਿੱਚ ਯੋਗਦਾਨ ਪਾ ਸਕਦਾ ਹੈ। ਇਹ ਗੁਣ ਟੀਚਰ ਵਿੱਚ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਹੈ। ਧੰਨਵਾਦ।